Good morning students, once again welcome to my YouTube channel. Today I am discuss about to the concept of revenue. This is based upon to the microeconomics book class 11th. This video based upon to the CBSE and Punjab boards syllabus. Now I will start from this session. इस सैशन ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਜਿਹੜੀ ਰੈਵਨਿਊ ਹੁੰਦੀ ਆ ਉਹ ਹੁੰਦੀ ਕੀ ਆ। ਫਸਟ ਹੈ ਰੈਵਨਿਊ ਦਾ ਕਨਸੈਪਟ ਆ ਸਾਡੇ ਕੋਲ। what is revenue concept? By selling a quantity whatever money a firm receive is called its revenue. revenue ਵੈਸੇ ਅਸਲ ਦੇ ਵਿੱਚ ਕੀ ਹੁੰਦੀ ਆ, ਆਮ ਭਾਸ਼ਾ ਦੇ ਵਿੱਚ ਦੇਖਿਆ ਜਾਵੇ ਵੀ ਜਿਹੜੀ ਵੀ ਚੀਜ਼ ਅਸੀਂ ਕੋਈ ਵੀ ਚੀਜ਼ ਖਰੀਦ ਲੈਂਦੇ ਆ ਜਾਂ ਕੋਈ ਵੀ ਬੰਦਾ ਕੋਈ ਵੀ ਚੀਜ਼ ਸੇਲ ਕਰ ਦਿੰਦਾ ਵਾ ਤਾਂ ਉਹ ਤੋਂ ਜਿਹੜੇ ਉਹਨੂੰ ਪੈਸੇ ਰਿਸੀਵ ਹੁੰਦੇ ਆ ਉਹਦੀ ਕੀ ਹੁੰਦੀ ਆ, ਰੈਵਨਿਊ ਆਖਦੇ ਨੇ। ਡੈਫੀਨੇਸ਼ਨ ਕੀ ਕਹਿੰਦੀ ਆ, ਦੀ ਰੈਵਨਿਊ ਆਫ ਅ ਫਰਮ ਇਜ਼ ਇਟਸ ਸੇਲ ਰਿਸਿਪਟ ਔਰ ਮਨੀ ਰਿਸਿਪਟ ਫਰੋਮ ਟੂ ਦੀ ਸੇਲ ਆਫ ਪ੍ਰੋਡਕਟ। ਕਹਿੰਦੇ ਵੀ ਜਿਹੜੇ ਵੀ ਆਮਦਨ ਉਹ ਚੀਜ਼ ਹੁੰਦੀ ਹੈ ਕਿਸੇ ਵੀ ਇੱਕ ਦੁਕਾਨ ਦੀ ਜਾਂ ਇੰਡਸਟਰੀ ਜਾਂ ਫਰਮ ਦੀ, ਵੀ ਜਿਹੜਾ ਉਹ ਕੈਸ਼ ਸੇਲ ਕਰਕੇ ਉਹਨੂੰ ਜਿਹੜਾ ਮਨੀ ਰਿਸੀਵ ਕਰਦਾ ਵਾ ਜਾਂ ਉਹ ਸੇਲ ਤੋਂ ਰਿਸਿਪਟ ਕਰੇ ਜਾਂ ਉਹ ਮਨੀ ਰਿਸੀਵ ਕਰੇ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਰੈਵਨਿਊ ਕਹਿ ਦਿੰਦੇ ਹਾਂ। ਤਾਂ ਰੈਵਨਿਊ ਦੀ ਇਕੁਏਸ਼ਨ ਕੀ ਹੁੰਦੀ ਆ, ਪ੍ਰੋਫਿਟ ਇਜ਼ ਇਕੁਅਲ ਟੂ ਰੈਵਨਿਊ ਮਾਈਨਸ ਕਾਸਟ। ਵੀ ਸਾਡਾ ਪ੍ਰੋਫਿਟ ਕੀ ਹੋਏਗਾ, ਰੈਵਨਿਊ ਮਾਈਨਸ ਕਾਸਟ ਹੋਏਗਾ। ਤਾਂ ਜਿਹੜਾ ਰੈਵਨਿਊ ਹੋਏਗਾ ਉਹ ਕੀ ਹੋਏਗੀ, ਕਾਸਟ ਦੇ ਵਿੱਚ ਜੇਕਰ ਅਸੀਂ ਪ੍ਰੋਫਿਟ ਐਡ ਕਰ ਦਈਏ ਤਾਂ ਸਾਡੀ ਰੈਵਨਿਊ ਨਿਕਲ ਆਵੇਗੀ। ਜੇਕਰ ਹੁਣ ਇਹਦੀ ਇੱਕ ਐਗਜ਼ਾਮਪਲ ਲਈਏ ਵੀ ਮੰਨ ਲਓ ਵੀ ਮੈਂ ਸ਼ਾਪਕੀਪਰ ਹਾਂ, ਮੈਨੂੰ ਇੱਕ ਚੀਜ਼ ਨੂੰ ਖਰੀਦ ਕੇ ਵੇਚਣ ਦੇ ਵਿੱਚ 10 ਰੁਪਏ ਦਾ ਉਹਦਾ ਉੱਤੇ ਖਰਚਾ ਪਿਆ ਜਿਹੜਾ ਮੈਂ ਹੋਲਸੇਲਰ ਤੋਂ ਲਿਆ, ਤਾਂ ਮੈਂ ਉਹਦੇ ਉੱਤੇ 2 ਰੁਪਏ ਐਡ ਕਰਤਾ ਤਾਂ ਮੇਰਾ ਜਿਹੜਾ ਆਹ ਸੇਲਿੰਗ ਪ੍ਰਾਈਸ ਹੋਊਗਾ ਉਹਨੂੰ ਹੀ ਅਸੀਂ ਰੈਵਨਿਊ ਕਹਿੰਦੇ। ਕਿੰਨੇ ਰੁਪਏ ਹੋ ਗਿਆ, 12 ਰੁਪਈਆ ਮੇਰਾ ਕੀ ਆ, 2 ਰੁਪਏ ਦਾ ਪ੍ਰੋਫਿਟ। ਤਾਂ ਇਸ ਤਰੀਕੇ ਨਾਲ ਜਿਹੜੀ ਰੈਵਨਿਊ ਆ ਉਹ ਕੈਲਕੂਲੇਟ ਕੀਤੀ ਜਾਂਦੀ ਆ। ਰੈਵਨਿਊ ਦੀ ਇੱਕ ਸਲੋਪ ਤੁਹਾਨੂੰ ਇੱਥੇ ਇੰਡੀਕੇਟ ਹੋ ਰਹੀ ਆ, ਫਸਟ ਇੰਡੀਕੇਟ ਆ। ਇਹ ਗੱਲ ਤੁਸੀਂ ਯਾਦ ਰੱਖਣੀ ਆ, ਐਵਰੇਜ ਰੈਵਨਿਊ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ। ਇਹ ਕਿਹੜੇ ਕੇਸ ਦੇ ਵਿੱਚ ਹੋਏਗਾ, ਇਹ ਹੁੰਦੀ ਆ ਪਰਫੈਕਟ ਮਾਰਕੀਟ ਕੰਪੀਟੀਸ਼ਨ ਹੁੰਦਾ ਵਾ, ਉਹਦੇ ਵਿੱਚ ਆਹ ਵਾਲਾ ਕੰਸੈਪਟ ਲੱਗਦਾ ਹੁੰਦਾ ਵਾ। ਪਰਫੈਕਟ ਮਾਰਕੀਟ ਕੰਸੈਪਟ ਹੁਣ ਉਹ ਕੀ ਹੁੰਦਾ, ਵੈਸੇ ਤੁਸੀਂ ਅੱਗੇ ਜਾ ਕੇ ਇਹਨੂੰ ਪੜ੍ਹੋਗੇ ਵੀ ਪਰਫੈਕਟ ਮਾਰਕੀਟ ਕੰਪੀਟੀਸ਼ਨ ਉਹ ਕੰਪੀਟੀਸ਼ਨ ਹੁੰਦਾ ਵਾ ਜਿਹਦੇ ਵਿੱਚ ਕੀ ਹੁੰਦਾ ਵਾ ਵੀ ਹੋਮੋਜੀਨੀਅਸ ਪ੍ਰੋਡਕਟ ਹੁੰਦਾ। ਹੋਮੋਜੀਨੀਅਸ ਦਾ ਮਤਲਬ ਵੀ ਉਹ ਪ੍ਰੋਡਕਟ ਜਿਹੜੇ ਕਿ ਸਾਰੇ ਕਿਤੇ ਸੇਮ ਮਿਲਦੇ ਆ ਅਤੇ ਉਹਨਾਂ ਦਾ ਪ੍ਰਾਈਸ ਜਿਹੜਾ ਹੋਏਗਾ ਉਹ ਸੇਮ ਹੀ ਹੋਏਗਾ, ਤਾਂ ਉਹਨੂੰ ਅਸੀਂ ਹੋਮੋਜੀਨੀਅਸ ਪ੍ਰੋਡਕਟ ਕਹਿੰਦੇ ਹਾਂ। ਤਾਂ ਉਹਨਾਂ ਨੂੰ ਜਿਹੜਾ ਸੇਲ ਪਰਚੇਜ਼ ਕੀਤੀ ਜਾਂਦੀ ਆ, ਤਾਂ ਜੇਕਰ ਚਾਹੇ ਤੁਸੀਂ ਇੱਕ ਦੁਕਾਨ ਤੋਂ ਲਓ ਚਾਹੇ 10 ਦੁਕਾਨਾਂ ਛੱਡ ਕੇ ਲਓ, ਜੇਕਰ ਉਹ ਤੁਸੀਂ 6 ਸੇਮ ਚੀਜ਼ ਲੈ ਰਹੇ ਹੋ ਤਾਂ ਉਹਦਾ ਜਿਹੜਾ ਪ੍ਰਾਈਸ ਹੋਏਗਾ ਉਹ ਵੀ ਸੇਮ ਹੀ ਹੋਏਗਾ। ਤਾਂ ਉੱਥੇ ਜਿਹੜੀ ਰੈਵਨਿਊ ਜਨਰੇਟ ਹੁੰਦੀ ਹੈ, ਐਵਰੇਜ ਰੈਵਨਿਊ ਮਾਰਜਨਲ ਰੈਵਨਿਊ ਦੇ ਹਮੇਸ਼ਾ ਬਰਾਬਰ ਹੋਏਗੀ। ਆਹ ਜਿਹੜੀ ਕੰਡੀਸ਼ਨ ਦਿਖਾਈ ਜਾ ਰਹੀ ਹੈ ਇੰਪਰਫੈਕਟ ਕੰਪੀਟੀਸ਼ਨ, ਵੀ ਜਿੱਥੇ ਕੀ ਹੁੰਦਾ ਵਾ ਮੋਨੋਪਲੀ। ਮੋਨੋਪਲੀ ਦਾ ਮਤਲਬ ਇੱਕ ਅਧਿਕਾਰ, ਵੀ ਜਿਹਦੇ ਉੱਤੇ ਇੱਕ ਫਰਮ ਦਾ ਪੂਰਾ ਮਾਰਕੀਟ ਹਾਈਜੈਕ ਕਰ ਲੈਂਦੀ ਆ, ਵੀ ਜਿਵੇਂ ਉਹਦਾ ਕੋਈ ਸਬਸਟੀਟਿਊਟ ਹੁੰਦਾ ਹੀ ਨਹੀਂ। ਫੋਰ ਐਗਜ਼ਾਮਪਲ ਕੋਈ ਅਜਿਹੀ ਇੰਸਟੀਟਿਊਟ ਦਾ ਨਾਮ ਲੈਂਦੇ ਹਾਂ, ਜਿਵੇਂ ਕਿ ਇੱਕ ਮੇਰੇ ਮਾਈਂਡ ਦੇ ਵਿੱਚ ਆ ਰਿਹਾ ਵਾ ਬਸੰਤ ਆਈਸਕ੍ਰੀਮ। ਜੋ ਤੁਸੀਂ ਸੁਣਿਆ ਹੋਵੇ ਬਸੰਤ ਆਈਸਕ੍ਰੀਮ, ਬਸੰਤ ਦੀਆਂ ਆਈਸਕ੍ਰੀਮਸ ਬਹੁਤ ਵਿਕਦੀਆਂ ਨੇ ਲੁਧਿਆਣੇ ਦੇ ਵਿੱਚ, ਇਹਦੇ ਸਭ ਤੋਂ ਵੱਡਾ ਸ਼ੋਰੂਮ ਮੰਨਿਆ ਜਾਂਦਾ ਵਾ, ਜਾਣੀ ਕਿ ਇਹਦੇ ਵਿੱਚੋਂ ਜਿਹੜੀ ਆਈਸਕ੍ਰੀਮ ਆ ਉਹ ਬਹੁਤ ਵਧੀਆ ਦਿੰਦੇ ਆ। ਤਾਂ ਉਹਨਾਂ ਦੀ ਇੱਕ ਪਰਫੈਕਟ ਮਾਰਕੀਟ ਕੰਪੀਟੀਸ਼ਨ ਆ, ਇੰਪਰਫੈਕਟ ਕੰਪੀਟੀਸ਼ਨ ਆ ਉਹਦੇ ਵਿੱਚ। ਕਿਉਂ? ਕਿਉਂਕਿ ਉਹਨਾਂ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ, ਜਿੱਦੇ ਦੀ ਉਹ ਵਧੀਆ ਬ੍ਰਾਂਡ ਦੀ ਦਿੰਦੇ ਆ ਅਤੇ ਵਧੀਆ ਕੁਆਲਿਟੀ ਹੁੰਦੀ ਆ, ਉਹੋ ਜਿਹੀ ਕੁਆਲਿਟੀ ਹੋਰ ਕਿਸੇ ਦੇ ਵਿੱਚ ਨਹੀਂ ਮਿਲਦੀ, ਤਾਂ ਕਰਕੇ ਲੋਕ ਉਹਨੂੰ ਪ੍ਰੈਫਰੈਂਸ ਕਰਦੇ ਆ। ਤਾਂ ਉਹਦੇ ਵਿੱਚ ਜਿਹੜੀ ਉਹਨਾਂ ਦੀ ਰੈਵਨਿਊ ਹੋਏਗੀ, ਐਵਰੇਜ ਰੈਵਨਿਊ ਹਮੇਸ਼ਾ ਮਾਰਜਨਲ ਰੈਵਨਿਊ ਤੋਂ ਜ਼ਿਆਦਾ ਹੋਏਗੀ। ਕਿਉਂ? ਕਿਉਂਕਿ ਜਿਹੜੀ ਉਹਦੀ ਆਮਦਨ ਹੋਏਗੀ, ਕਿਉਂਕਿ ਉਹ ਇਕੱਲਾ ਹੀ ਬੰਦਾ ਵਾ ਜਿਹੜਾ ਕਿ ਉਸ ਚੀਜ਼ ਨੂੰ ਵੇਚ ਰਿਹਾ ਵਾ, ਤਾਂ ਉਹਦੀ ਜਿਹੜੀ ਇਨਕਮ ਹੋਏਗੀ ਉਹ ਹਮੇਸ਼ਾ ਹੀ ਵੱਧ ਹੋਵੇਗੀ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਕਰਦੇ ਹਾਂ ਟਾਈਪਸ ਆਫ ਰੈਵਨਿਊ। ਰੈਵਨਿਊ ਕਿੰਨੇ ਟਾਈਪਸ ਦੀ ਹੁੰਦੇ ਨੇ, ਜਿਸ ਹਿਸਾਬ ਨਾਲ ਅਸੀਂ ਕਾਸਟ ਕੀਤੇ ਸੀ ਉਸੇ ਹੀ ਕਨਸੈਪਟ ਦੇ ਉੱਤੇ ਬੇਸਡ ਹੈ ਰੈਵਨਿਊ, ਕਿਉਂਕਿ ਇੰਟਰਲੇਟਡ ਪ੍ਰੋਡਕਟ ਇੰਟਰਲੇਟਡ ਨੇ ਇੱਕ ਦੂਸਰੇ ਨਾਲ ਇਹ ਕਨਸੈਪਟਸ। ਜਿਵੇਂ ਕਿ ਇਹਦੇ ਵਿੱਚ ਹੈਗਾ ਵਾ ਐਵਰੇਜ ਰੈਵਨਿਊ, ਮਾਰਜਨਲ ਰੈਵਨਿਊ, ਟੋਟਲ ਰੈਵਨਿਊ। ਟੋਟਲ ਰੈਵਨਿਊ ਕੀ ਹੁੰਦਾ ਵਾ, ਵੀ ਕਿੰਨਾ ਸਾਡਾ ਟੋਟਲ ਖਰਚਾ ਪਿਆ ਜਾਂ ਟੋਟਲ ਆਮਦਨ ਅਸੀਂ ਜਨਰੇਟ ਕੀਤੀ ਆ, ਇਹਨੂੰ ਕੱਢਣ ਦਾ ਇੱਕ ਫਾਰਮੂਲਾ ਹੁੰਦਾ TR ਨੂੰ ਅਸੀਂ ਕਹਿੰਦੇ ਹਾਂ ਟੋਟਲ ਰੈਵਨਿਊ। ਵੀ ਸੋਲਡ ਆਫ ਪ੍ਰੋਡਕਟ, ਜਿੰਨੇ ਤੁਸੀਂ ਸੋਲਡ ਕੀਤੇ ਆ ਪ੍ਰੋਡਕਟਸ, ਉਹਨੂੰ ਮਲਟੀਪਲਾਈ ਕਰ ਦਿਓ ਕਿਹਦੇ ਨਾਲ, ਪ੍ਰਾਈਸ ਦੇ ਨਾਲ। ਜੇ ਤੁਸੀਂ ਪ੍ਰਾਈਸ ਦੇ ਨਾਲ ਇਹਨੂੰ ਮਲਟੀਪਲਾਈ ਕਰ ਦੋਗੇ ਤਾਂ ਉਹ ਤੁਹਾਡੇ ਕੀ ਨਿਕਲ ਕੇ ਆ ਜਾਏਗੀ, ਟੋਟਲ ਰੈਵਨਿਊ ਨਿਕਲ ਕੇ ਆ ਜਾਵੇਗੀ, ਤੁਸੀਂ ਕਿੰਨੀ ਆਮਦਨ ਕਮਾਈ। ਨੈਕਸਟ ਹੁੰਦੀ ਆ ਐਵਰੇਜ ਰੈਵਨਿਊ। ਐਵਰੇਜ ਰੈਵਨਿਊ ਮੇ ਵੀ ਤੁਹਾਨੂੰ ਪਤਾ ਹੀ ਹੋਏਗਾ ਕੀ ਹੋਏਗਾ, ਵੀ ਜਿਹੜੀ ਸਾਡੀ ਟੋਟਲ ਰੈਵਨਿਊ ਹੁੰਦੀ ਆ ਉਹਨੂੰ ਡਿਵਾਈਡ ਕਰ ਦਿਓ ਨੰਬਰ ਆਫ ਕੁਆਂਟਿਟੀ ਜਿਹੜੀ ਤੁਸੀਂ ਸੋਲਡ ਕੀਤੀ ਆ, ਤਾਂ ਤੁਹਾਡੀ ਐਵਰੇਜ ਰੈਵਨਿਊ ਨਿਕਲ ਕੇ ਆ ਜਾਏਗੀ। ਮਾਰਜਨਲ ਰੈਵਨਿਊ ਕੀ ਹੁੰਦੀ ਆ, ਵੀ ਜਿਵੇਂ ਕਿ ਤੁਸੀਂ 100 ਯੂਨਿਟਸ ਵੇਚ ਰਹੇ ਸੀਗੇ, 100 ਰੁਪਏ ਦੀਆਂ ਯੂਨਿਟਾਂ ਵਿਕੀਆਂ 10, ਅਤੇ ਜਦੋਂ ਤੁਸੀਂ 11ਵੀਂ ਯੂਨਿਟ ਵੇਚੀ ਤਾਂ ਤੁਹਾਨੂੰ ਕਿੰਨਾ ਹੋਇਆ, 110 ਰੁਪਏ ਹੋ ਗਿਆ ਤੁਹਾਡਾ ਟੋਟਲ ਸੇਲ ਪ੍ਰਾਈਸ। ਤਾਂ ਇਹਦੇ ਵਿੱਚ ਜਿੰਨਾ ਫਰਕ ਆਇਆ ਇੱਕ ਯੂਨਿਟ ਦੇ ਚੇਂਜ ਹੋਣ ਦੇ ਨਾਲ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਮਾਰਜਨਲ ਰੈਵਨਿਊ, ਜਾਣੀ ਕਿ ਉਹ ਕਿੰਨੀ ਹੋਏਗੀ, 10 ਰੁਪੀਜ਼ ਹੋਏਗੀ।
आई होप ਤੁਹਾਨੂੰ ਇਹ ਕਨਸੈਪਟ ਪਤਾ ਲੱਗਿਆ ਹੋਵੇਗਾ। ਨਾਲ ਦੀ ਨਾਲ ਇਹਦੇ ਅੱਗੇ ਵੀ ਇਹਨਾਂ ਦਾ ਕਨਸੈਪਟ ਦਿੱਤਾ ਹੋਏਗਾ, ਅਸੀਂ ਉਹਨੂੰ ਵੀ ਦੇਖ ਕੇ ਚੱਲਦੇ ਹਾਂ। ਫਸਟ ਹੈਗਾ ਟੋਟਲ ਰੈਵਨਿਊ। ਮੈਂ ਹੁਣ ਗੱਲ ਕੀਤੀ ਟੋਟਲ ਰੈਵਨਿਊ ਕੀ ਹੁੰਦੀ ਆ, ਵੀ ਆ ਟੋਟਲ ਮਨੀ ਰਿਸਿਪਟ of a firm from the sale of the given output is called total revenue। total revenue ਕੀ ਹੁੰਦੀ ਆ, ਉਹ revenue ਜਿਹੜੀ ਕਿ ਉਹ ਰਿਸਿਪਟ ਮਿਲਦੀ ਆ ਉਸ ਬੰਦੇ ਨੂੰ ਜਦੋਂ ਉਹ ਕੋਈ ਵੀ ਚੀਜ਼ ਸੋਲਡ ਆਊਟ ਕਰਦਾ ਵਾ, ਤਾਂ ਉਹਨੂੰ ਅਸੀਂ ਟੋਟਲ ਰੈਵਨਿਊ ਆਖਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਇਹਦਾ ਫਾਰਮੂਲਾ ਵੀ ਦੱਸਿਆ ਸੀ, ਪ੍ਰਾਈਸ ਮਲਟੀਪਲਾਈ ਬਾਈ ਕੁਆਂਟਿਟੀ। ਕੁਆਂਟਿਟੀ ਦਾ ਮਤਲਬ ਵੀ ਜਿੰਨੀ ਤੁਸੀਂ ਕੁਆਂਟਿਟੀ ਸੋਲਡ ਕੀਤੀ ਆ। ਮੰਨ ਲਓ ਉਹਦਾ ਪ੍ਰਾਈਸ ਸੀਗਾ 5 ਰੁਪੀਜ਼ ਤੇ 10 ਕੁਆਂਟਿਟੀ ਸੋਲਡ ਆਊਟ ਕੀਤੀਆਂ, ਟੋਟਲ ਰੈਵਨਿਊ ਤੁਹਾਡੀ ਕਿੰਨੀ ਬਣੀ 50 ਰੁਪੀਜ਼। ਤਾਂ ਇੱਥੇ ਤੁਹਾਨੂੰ ਇੱਕ ਸਲੋਪ ਬਣਾ ਕੇ ਦਿਖਾਈ ਗਈ ਆ ਵੀ ਪ੍ਰਾਈਸ 5 ਰੁਪੀਜ਼, ਕਿੰਨੀਆਂ ਕੁਆਂਟਿਟੀ ਸੋਲਡ ਕੀਤੀਆਂ 10, ਤਾਂ ਇੱਥੇ ਇਹ ਕੱਟ ਕਰ ਜਾਏਗੀ। ਤਾਂ ਸਾਰੀ ਜਿਹੜਾ ਵਾ ਤੁਹਾਡਾ ਬਲੂ ਕਲਰ ਕਰ ਦਿੱਤਾ ਮੈਂ, ਜਿਹਦੇ ਉੱਤੇ ਕੀ ਆ ਤੁਹਾਡੀ ਟੋਟਲ ਰੈਵਨਿਊ ਹੈ। आई होप ਤੁਹਾਨੂੰ ਇਹ ਕਨਸੈਪਟ ਕਲੀਅਰ ਹੋਏਗਾ। ਨੈਕਸਟ ਹੈਗਾ ਮਾਰਜਨਲ ਰੈਵਨਿਊ। ਇਹਦੇ ਬਾਰੇ ਵੀ ਮੈਂ ਹੁਣੀ ਦੱਸਿਆ ਵੀ ਚੇਂਜ ਇਨ ਟੋਟਲ ਰੈਵਨਿਊ ਵਿਦ ਦੀ ਚੇਂਜ ਆਫ ਟੋਟਲ ਕੁਆਂਟਿਟੀ, ਵੀ ਜਿੰਨਾ ਟੋਟਲ ਇਨਕਮ ਦੇ ਵਿੱਚ ਜਾਂ ਟੋਟਲ ਰੈਵਨਿਊ ਦੇ ਵਿੱਚ ਚੇਂਜ ਆਇਆ ਡਿਊ ਟੂ ਚੇਂਜ ਇਨ ਕੁਆਂਟਿਟੀ, ਤਾਂ ਉਹ ਸਾਡੀ ਮਾਰਜਨਲ ਰੈਵਨਿਊ ਬਣ ਜਾਂਦੀ ਆ। ਤਾਂ ਇਹ ਡੈਫੀਨੇਸ਼ਨ ਦੇਖਦੇ ਹਾਂ ਜੀ। ਮਾਰਜਨਲ ਰੈਵਨਿਊ ਇਜ਼ ਦੀ ਚੇਂਜ ਆਫ ਦੀ ਟੋਟਲ ਰੈਵਨਿਊ ਵੈਨ ਦੀ ਵਨ ਮੋਰ ਯੂਨਿਟ ਆਫ ਕੁਆਂਟਿਟੀ ਇਜ਼ ਸੋਲਡ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਮੰਨ ਲਓ ਵੀ ਤੁਸੀਂ 100 ਰੁਪਏ ਦੀ ਯੂਨਿਟਸ ਵੇਚ ਰਹੇ ਹੋ 10, ਅਤੇ ਜੇਕਰ ਤੁਸੀਂ 11ਵੀਂ ਯੂਨਿਟ ਵੇਚੀ ਤਾਂ ਉਹ ਕਿੰਨੇ ਦੀ ਵਿਕੀ 110 ਦੀ। ਤਾਂ ਇਹਦੇ ਵਿੱਚ ਕਿੰਨੇ ਦਾ ਡਿਫਰੈਂਸ ਆਇਆ, 10 ਦਾ ਡਿਫਰੈਂਸ ਆਇਆ ਡਿਊ ਟੂ ਚੇਂਜ ਇਨ ਵਨ ਕੁਆਂਟਿਟੀ। ਵੀ ਇੱਕ ਕੁਆਂਟਿਟੀ ਦੇ ਵਿੱਚ ਚੇਂਜ ਲਿਆਉਣ ਦੇ ਨਾਲ ਜਿਹੜਾ ਟੋਟਲ ਰੈਵਨਿਊ ਦੇ ਵਿੱਚ ਚੇਂਜ ਆਉਂਦਾ ਉਹਨੂੰ ਅਸੀਂ ਕਹਿੰਦੇ ਹਾਂ ਮਾਰਜਨਲ ਰੈਵਨਿਊ ਕਹਿੰਦੇ ਹਾਂ। ਤਾਂ ਇਹਦੀ ਇੱਕ ਇਕੁਏਸ਼ਨ ਵੀ ਬਣਦੀ ਹੈ, ਮਾਰਜਨਲ ਰੈਵਨਿਊ ਇਜ਼ ਚੇਂਜ ਇਨ ਟੋਟਲ ਰੈਵਨਿਊ ਡਿਵਾਈਡ ਬਾਈ ਚੇਂਜ ਇਨ ਟੋਟਲ ਕੁਆਂਟਿਟੀ। ਵੀ ਟੋਟਲ ਰੈਵਨਿਊ ਦੇ ਵਿੱਚ ਕਿੰਨਾ ਚੇਂਜ ਆਇਆ 10 ਦਾ, ਅਤੇ ਕਿੰਨਾ ਕੁਆਂਟਿਟੀ ਵਿੱਚ ਚੇਂਜ ਆਇਆ ਸੀ 1 ਦਾ। ਤਾਂ ਇਹਦਾ ਆਨਸਰ ਕਿੰਨਾ ਹੋਊਗਾ, ਮਾਰਜਨਲ ਰੈਵਨਿਊ 10 ਰੁਪੀਜ਼। ਤਾਂ ਇੱਥੇ ਇੱਕ ਫਾਰਮੂਲਾ ਵੀ ਦਿਖਾਇਆ ਗਿਆ, ਮਾਰਜਨਲ ਰੈਵਨਿਊ ਇਜ਼ ਇਕੁਅਲ ਟੂ, ਇਹਨੂੰ ਕਹਿੰਦੇ ਆ ਚੇਂਜ ਇਨ ਟੋਟਲ ਰੈਵਨਿਊ ਡਿਵਾਈਡ ਬਾਈ ਚੇਂਜ ਇਨ ਕੁਆਂਟਿਟੀ। ਤਾਂ ਇਹ ਤੁਹਾਡਾ ਨਿਕਲ ਕੇ ਆ ਜਾਏਗਾ ਮਾਰਜਨਲ ਰੈਵਨਿਊ। ਤਾਂ ਮਾਰਜਨਲ ਰੈਵਨਿਊ ਐਵਰੇਜ ਰੈਵਨਿਊ ਦਾ ਫਾਰਮੂਲਾ ਵੀ ਦਿੱਤਾ ਹੈ। ਐਵਰੇਜ ਰੈਵਨਿਊ ਕਿੰਨੀ ਹੁੰਦੀ ਹੈ, ਟੋਟਲ ਜਿੰਨੀ ਤੁਹਾਡੀ ਰੈਵਨਿਊ ਹੋਈ ਉਹਨੂੰ ਡਿਵਾਈਡ ਕਰ ਦਿਓ ਜਿੰਨੀ ਤੁਸੀਂ ਕੁਆਂਟਿਟੀ ਸੋਲਡ ਕੀਤੀ ਆ, ਤਾਂ ਤੁਹਾਡੀ ਐਵਰੇਜ ਰੈਵਨਿਊ ਨਿਕਲ ਕੇ ਆ ਜਾਏਗੀ। ਤਾਂ ਜਿਹੜੀ ਤੁਹਾਡੀ ਡਿਮਾਂਡ ਹੁੰਦੀ ਆ ਉਹ ਕਿਹਦੇ ਉੱਤੇ ਡਿਪੈਂਡ ਕਰਦੀ ਆ। ਹੁਣ ਜਿਹੜੀ ਮੈਂ ਕਿਸੇ ਵੀ ਚੀਜ਼ ਨੂੰ ਖਰੀਦਣਾ ਚਾਹੁੰਦਾ ਵਾਂ ਤਾਂ ਮੇਰੀ ਕਿਹੜੀ ਚੀਜ਼ਾਂ ਉੱਤੇ ਫੈਕਟਰ ਉੱਤੇ ਡਿਪੈਂਡ ਕਰਦੀ ਆ। ਪਹਿਲਾ ਹੈਗਾ ਪ੍ਰਾਈਸ, ਵੀ ਉਹਦਾ ਪ੍ਰਾਈਸ ਕਿੰਨਾ ਹੋਊ। ਜੇਕਰ ਉਹ ਇਕੁਅਲ ਟੂ ਆ ਗਿਆ ਮੇਰੀ ਮਾਰਜਨਲ ਰੈਵਨਿਊ, ਵੀ ਜੇ ਮੈਂ ਐਡੀਸ਼ਨਲ ਯੂਨਿਟ ਸੋਲ ਕਰਨ 'ਤੇ ਕਿੰਨਾ ਚੇਂਜ ਆਇਆ, ਅਤੇ ਪਲੱਸ ਐਵਰੇਜ ਰੈਵਨਿਊ ਦੇ ਜੋ ਬਰਾਬਰ ਆ ਜਾਂਦੀ ਆ, ਤਾਂ ਮੈਂ ਉਹ ਡਿਮਾਂਡ ਉਸ ਚੀਜ਼ ਦੀ ਉਨੀ ਕਰਨੀ ਸ਼ੁਰੂ ਕਰ ਦਿੰਦਾ ਵਾ। ਜਿਵੇਂ ਕਿ ਆ ਦਿੱਤਾ ਹੋਇਆ ਵਾ DA, ਡਿਮਾਂਡ ਇਜ਼ ਇਕੁਅਲ ਟੂ ਪ੍ਰਾਈਸ ਇਕੁਅਲ ਟੂ ਟੋਟਲ ਐਵਰੇਜ ਰੈਵਨਿਊ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ। ਤਾਂ ਇਹ ਸਾਡਾ ਸੀਗਾ ਇੱਕ ਇਕੁਏਸ਼ਨ ਜਿਹਦੇ ਨਾਲ ਇਹ ਡਾਇਗਰਾਮ ਡਰਾ ਕੀਤੀ ਗਈ ਹੈ, ਅਤੇ ਡਰਾ ਸਟ੍ਰੇਟ ਕੀਤੀ ਗਈ ਹੈ। ਤਾਂ ਇਹ ਕਿਹੜਾ ਕੰਪੀਟੀਸ਼ਨ ਆ, ਪਰਫੈਕਟ ਕੰਪੀਟੀਸ਼ਨ ਆ। ਪਰਫੈਕਟ ਕੰਪੀਟੀਸ਼ਨ ਹੋਣੀ ਮੈਂ ਤੁਹਾਨੂੰ ਦੱਸਿਆ ਵੀ ਜਿਹਦੇ ਵਿੱਚ ਹੋਮੋਜੀਨੀਅਸ ਪ੍ਰੋਡਕਟ ਹੁੰਦੇ ਆ, ਵੀ ਵੇਚਣ ਵਾਲੇ ਬਹੁਤ ਸਾਰੇ ਹੁੰਦੇ ਆ ਅਤੇ ਪ੍ਰੋਡਕਟ ਸੇਮ ਹੁੰਦਾ ਵਾ, ਤਾਂ ਉੱਥੇ ਇਹ ਕੰਪੀਟੀਸ਼ਨ ਲੱਗਦਾ ਵਾ। ਨੈਕਸਟ ਤੁਹਾਨੂੰ ਦਿੱਤਾ ਗਿਆ ਐਵਰੇਜ ਰੈਵਨਿਊ। ਹੁਣੀ ਆਪਾਂ ਗੱਲ ਕੀਤੀ ਐਵਰੇਜ ਰੈਵਨਿਊ ਇਜ਼ ਰੈਫਰਸ ਟੂ ਦੀ revenue of per unit of the output. It is also same as a price of quantity। ਇਹ ਹਮੇਸ਼ਾ ਕੀ ਹੁੰਦਾ, ਐਵਰੇਜ ਰੈਵਨਿਊ ਹੁੰਦੀ ਆ ਵੀ ਸਾਡਾ ਇੱਕ ਯੂਨਿਟ ਕਿੰਨੇ ਦੀ ਪਈ, ਜੇ ਪਰ ਯੂਨਿਟ ਸਾਨੂੰ ਕਿੰਨੀ ਆਮਦਨ ਹੋਈ ਤਾਂ ਉਹਨੂੰ ਅਸੀਂ ਕਹਿੰਦੇ ਆ ਐਵਰੇਜ ਰੈਵਨਿਊ ਕਹਿ ਦਿੰਦੇ ਆ। ਆ ਤੁਹਾਨੂੰ ਸ਼ੋ ਕੀਤਾ ਗਿਆ ਵੀ ਜਿਸ ਹਿਸਾਬ ਨਾਲ ਤੁਸੀਂ ਕੀ ਆ ਕੁਆਂਟਿਟੀ ਨੂੰ ਇਨਕਰੀਜ਼ ਕਰੀ ਜਾਓਗੇ ਤਾਂ ਤੁਹਾਡੀ ਮਾਰਜਨਲ ਰੈਵਨਿਊ ਕਿਉਂ ਡਿਕਰੀਜ਼ ਹੋਣੀ ਸ਼ੁਰੂ ਹੋ ਜਾਊਗੀ। ਕਿਉਂਕਿ ਜਿਹੜਾ ਤੁਹਾਡਾ ਕੁਆਂਟਿਟੀ ਵਧਾਉਣ ਦੇ ਨਾਲ ਜਿਹੜੀ ਉਸ ਤੋਂ ਮਿਲਣ ਵਾਲੀ ਇਨਕਮ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹਦਾ ਫਾਰਮੂਲਾ ਦਿੱਤਾ ਹੋਇਆ, ਇਹ ਤੁਸੀਂ ਯਾਦ ਰੱਖਣਾ ਵਾ। AR ਇਜ਼ ਇਕੁਅਲ ਟੂ TR ਡਿਵਾਈਡ ਬਾਈ ਕੁਆਂਟਿਟੀ ਇਜ਼ ਇਕੁਅਲ ਟੂ PR ਮਲਟੀਪਲਾਈ ਬਾਈ Q ਡਿਵਾਈਡ ਬਾਈ Q। ਤਾਂ ਇਹ ਆ ਇਹਦਾ ਹੈਗਾ ਟੋਟਲ ਰੈਵਨਿਊ ਮਲਟੀਪਲਾਈ ਬਾਈ ਕੁਆਂਟਿਟੀ। ਆਪਾਂ ਟੋਟਲ ਰੈਵਨਿਊ ਦਾ ਵੀ ਫਾਰਮੂਲਾ ਪੜ੍ਹਿਆ ਸੀ, ਕੀ ਸੀਗਾ, ਪ੍ਰਾਈਸ ਮਲਟੀਪਲਾਈ ਬਾਈ ਕੁਆਂਟਿਟੀ ਕਰ ਦਾਂਗੇ ਤਾਂ ਤੁਹਾਡੀ ਕੀ ਹੈ ਟੋਟਲ ਰੈਵਨਿਊ ਆ ਜਾਏਗੀ ਡਿਵਾਈਡ ਬਾਈ ਕੁਆਂਟਿਟੀ। ਤਾਂ ਇਹ ਤੁਹਾਡੀ ਕੀ ਨਿਕਲ ਕੇ ਆ ਜਾਏਗੀ ਐਵਰੇਜ ਰੈਵਨਿਊ ਤੁਹਾਨੂੰ ਕੈਲਕੂਲੇਟ ਹੋ ਕੇ ਮਿਲ ਜਾਏਗੀ। ਇਹ ਤੁਹਾਡੇ ਕਨਸੈਪਟ +2 ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤੁਸੀਂ ਆ ਡਾਇਗਰਾਮ ਪਲੱਸ ਆ ਕਨਸੈਪਟ ਜ਼ਰੂਰ ਲਿਖਣਾ ਵਾ, ਇਹਦੀ ਡੈਫੀਨੇਸ਼ਨ ਵੀ ਲਿਖ ਸਕਦੇ ਹੋ। ਅਤੇ ਜਿੰਨੇ ਵੀ ਮੈਂ ਤੁਹਾਡੀ ਵੀਡੀਓਜ਼ ਬਣਾਈਆਂ ਨੇ ਤਾਂ ਵੀਡੀਓਜ਼ ਦੇ ਵਿੱਚ ਜਿੰਨੀਆਂ ਵੀ ਡਾਇਗਰਾਮਸ ਨੇ ਪਲੀਜ਼ ਉਹਨਾਂ ਨੂੰ ਨੋਟ ਡਾਊਨ ਅਤੇ ਉਹਨਾਂ ਨੂੰ ਪ੍ਰੋਪਰ ਡਾਇਗਰਾਮ ਨੂੰ ਮੇਨਟੇਨ ਕਰਕੇ ਰੱਖੋ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਪਲੀਜ਼ ਅਰਾਈਜ਼ ਕਰੋ ਕੁਐਸਚਨ, ਤਾਂ ਜੋ ਮੈਂ ਤੁਹਾਡਾ ਉਹਦਾ ਸੋਲਿਊਸ਼ਨ ਕਰ ਸਕਾਂ। ਨੈਕਸਟ ਹੈ ਮੇਨ ਜਿਹੜਾ ਕੁਐਸਚਨ ਬਣਦਾ ਵਾ ਇਹਦੇ ਵਿੱਚ ਦੀ ਆ ਰਿਲੇਸ਼ਨਸ਼ਿਪ ਬਿਟਵੀਨ ਦੀ ਟੋਟਲ ਐਵਰੇਜ ਐਂਡ ਮਾਰਜਨਲ ਰੈਵਨਿਊ। ਸਟਾਰਟ ਕਰਦੇ ਹਾਂ। ਦੇਖੋ ਇਹ ਜਿਹੜਾ ਤੁਹਾਡੀ ਸਟ੍ਰੇਟ ਲਾਈਨ ਆ ਗਈ ਆ, ਇਹਨੂੰ ਅਸੀਂ ਕੀ ਪੜ੍ਹਿਆ ਸੀਗਾ, ਹੁਣੀ ਪੜ੍ਹਿਆ ਸੀ। ਇਹ ਕੀ ਆ AR, ਕੀ ਆ ਇਹ AR ਐਵਰੇਜ ਰੈਵਨਿਊ। ਆ ਤੁਹਾਡੀ ਨਿਚਲੀ ਲਾਈਨ ਕਿਹੜੀ ਆ MR
ਇਹਦਾ ਮਤਲਬ ਕੀ ਹੋਇਆ ਮਾਰਜਨਲ ਰੈਵਨਿਊ ਸੌਰੀ MR ਕੀ ਆ ਮਾਰਜਨਲ ਰੈਵਨਿਊ। ਤਾਂ ਹੁਣ ਇੱਥੇ ਦੇਖਦੇ ਹਾਂ ਹੁਣ ਇਹਦੇ ਵਿੱਚ ਕੀ ਹੋ ਰਿਹਾ ਵਾ। ਦੇਖੋ ਜਿੱਥੇ ਆ ਸੈਂਟਰ ਲਾਈਨ ਆਈ ਆ ਇਹਦਾ ਮਤਲਬ ਕੀ ਆ ਵੀ ਮੈਂ ਇਕੁਅਲਮ ਪੁਆਇੰਟ ਦਿੱਤੇ ਵੀ ਜਿਹੜਾ ਪ੍ਰਾਈਸ ਇਲਾਸਟਿਸਿਟੀ ਆ ਉਹ ਇੱਥੇ ਕੀ ਆ 1 ਆ। ਜੇਕਰ ਮੈਂ ਇਹਦੇ ਉੱਤੇ ਗਿਆ ਤਾਂ ਇਹਦਾ ਮਤਲਬ ਕੀ ਆ ਪ੍ਰਾਈਸ ਇਲਾਸਟਿਸਿਟੀ ਗ੍ਰੇਟਰ ਦੈਨ 1। ਇਹਦਾ ਮਤਲਬ ਕੀ ਆ ਵੀ ਜੇਕਰ ਪ੍ਰਾਈਸ ਵਧਿਆ ਤਾਂ ਮੈਂ ਉਹਦੀ ਮਿਲਣ ਵਾਲੀ ਜਿਹੜੀ ਕੁਆਂਟਿਟੀ ਹੈ ਜਾਣੀ ਕਿ ਮੈਂ ਜਿਹੜੀ ਪਰਚੇਸ ਕਰੂੰਗਾ ਕੁਆਂਟਿਟੀ ਉਹ ਘਟਾ ਦੂੰਗਾ। ਇੱਥੇ ਕੀ ਆ ਨੈਕਸਟ ਦੇਖੋ ਇੱਥੇ ਕੀ ਆ ਪ੍ਰਾਈਸ ਇਲਾਸਟਿਸਿਟੀ ਗ੍ਰੇਟਰ ਲੈਸ ਦੈਨ 1 ਤਾਂ ਇੱਥੇ ਲੈਸ ਦੈਨ 1 ਆ। ਤਾਂ ਇਹਦਾ ਮਤਲਬ ਕੀ ਆ ਵੀ ਜੇਕਰ ਮੈਂ ਪ੍ਰਾਈਸ ਘਟਾ ਦੂੰਗਾ ਤਾਂ ਉਹਦੀ ਕੁਆਂਟਿਟੀ ਜਿਹੜੀ ਖਰੀਦਣੀ ਆ ਉਹ ਮੈਂ ਵਧਾਉਣੀ ਸ਼ੁਰੂ ਕਰ ਦੂੰਗਾ। ਤਾਂ ਹੁਣ ਜੇਕਰ ਤੁਸੀਂ ਆਹ ਲਾਈਨ ਨੂੰ ਜਿਹੜੀ ਆ ਸਟ੍ਰੇਟ ਲਾਈਨ ਜਾ ਰਹੀ ਆ ਜੇਕਰ ਇਹਨੂੰ ਦੇਖੋ ਤਾਂ ਇੱਕ ਜਗ੍ਹਾ ਉੱਤੇ ਪੁਆਇੰਟ ਉੱਤੇ ਕੱਟ ਕਰਦੀ ਆ ਤਾਂ ਇਹ ਕੀ ਆ ਮੈਕਸਿਮਮ ਪੁਆਇੰਟ ਆ ਜਿੱਥੇ ਤੁਸੀਂ ਸੇਲ ਜਿਹੜੀ ਮੈਕਸਿਮਮ ਕੀਤੀ ਅਤੇ ਉੱਥੇ ਤੁਹਾਨੂੰ ਪ੍ਰੋਫਿਟ ਵੀ ਬਹੁਤ ਜ਼ਿਆਦਾ ਹੋਇਆ ਅਤੇ ਤੁਹਾਡੀ ਰੈਵਨਿਊ ਅਤੇ ਐਵਰੇਜ ਰੈਵਨਿਊ ਅਤੇ ਮਾਰਜਨ ਰੈਵਨਿਊ ਬਰਾਬਰ ਆਈਆਂ ਅਤੇ ਤੁਹਾਡੀ ਟੋਟਲ ਰੈਵਨਿਊ ਹਾਈਐਸਟ ਪੁਆਇੰਟ ਦੇ ਉੱਤੇ ਸੀ। ਤਾਂ ਇਹ ਜਿਹੜਾ ਪੁਆਇੰਟ ਬਣਿਆ ਜਾਂਦਾ ਇੱਥੇ ਹੁੰਦਾ ਵਾ। ਇਹ ਕਿੱਥੇ ਹੋਏਗਾ ਜਦੋਂ ਕੀ ਹੋਏਗੀ ਇਲਾਸਟਿਸਿਟੀ ਆਫ ਪ੍ਰਾਈਸ ਇਜ਼ ਇਕੁਅਲ ਟੂ 1 ਵੀ 1 ਦੇ ਬਰਾਬਰ ਹੋਏਗੀ ਅਤੇ ਜਿੰਨੀ ਮੈਂ ਸੇਲ ਕਰੂੰਗਾ ਅਤੇ ਉਨੀ ਹੀ ਸੇਮ ਪ੍ਰਾਈਸ ਦੇ ਉੱਤੇ ਚਲੇ ਜਾਏਗੀ ਅਤੇ ਮੈਨੂੰ ਪ੍ਰੋਫਿਟ ਵੀ ਮੈਕਸਿਮਮ ਹੋਏਗਾ। ਤਾਂ ਇਹ ਰਿਲੇਸ਼ਨਸ਼ਿਪ ਸ਼ੋ ਕਰਦੀ ਆ ਵੀ ਇਹਦੇ ਵਿੱਚ ਕੀ ਦਿਖਾਇਆ ਜਾਂਦਾ ਵੀ ਜਿੱਥੇ ਕੀ ਹੁੰਦੀ ਆ ਟੋਟਲ ਰੈਵਨਿਊ ਹਾਈਐਸਟ ਪੁਆਇੰਟ ਦੇ ਉੱਤੇ ਹੋਏਗੀ ਤਾਂ ਮਾਰਜਨਲ ਰੈਵਨਿਊ ਉੱਥੇ ਕੀ ਹੋ ਜਾਏਗੀ 0 ਹੋ ਜਾਏਗੀ ਅਤੇ ਐਵਰੇਜ ਰੈਵਨਿਊ ਡਿਕਰੀਜ਼ ਕਰਨਾ ਸਟਾਰਟ ਕਰ ਦੇਗੀ। ਜੇਕਰ ਉਹ ਉੱਪਰ ਵੱਲ ਨੂੰ ਜਾਂਦੀ ਆ ਤਾਂ ਇਹਦਾ ਮਤਲਬ ਕੀ ਆ ਵੀ ਟੋਟਲ ਰੈਵਨਿਊ ਮੇਰੀ ਘਟੇਗੀ ਅਤੇ ਐਵਰੇਜ ਰੈਵਨਿਊ ਵਧਣਾ ਸਟਾਰਟ ਹੋ ਜਾਏਗੀ ਬਟ ਜਿਹੜੀ ਸੇਲ ਆਫ ਪ੍ਰੋਡਕਟ ਆ ਉਹ ਘਟਣਾ ਸ਼ੁਰੂ ਹੋ ਜਾਏਗੀ। ਅਤੇ ਇਸੇ ਤਰੀਕੇ ਨਾਲ ਜੇਕਰ ਉਹ ਨੀਚੇ ਨੂੰ ਆ ਰਹੀ ਆ ਤਾਂ ਇਹਦਾ ਮਤਲਬ ਕੀ ਆ ਵੀ ਪ੍ਰਾਈਸ ਘਟੇਗਾ ਡਿਮਾਂਡ ਉਸ ਚੀਜ਼ ਦੀ ਵਧੇਗੀ ਪਰ ਜਿਹੜੀ ਮੇਰੀ ਟੋਟਲ ਰੈਵਨਿਊ ਆ ਉਹ ਘਟਣੀ ਸ਼ੁਰੂ ਹੋ ਜਾਏਗੀ ਅਤੇ ਐਵਰੇਜ ਰੈਵਨਿਊ ਵੀ ਘਟਣਾ ਸ਼ੁਰੂ ਹੋ ਜਾਏਗੀ। ਤਾਂ ਇਹ ਸੀਗਾ ਇਹਦਾ ਰਿਲੇਸ਼ਨਸ਼ਿਪ ਜਿਹਦੇ ਵਿੱਚ ਅਸੀਂ ਪੜ੍ਹਿਆ ਵੀ ਟੋਟਲ ਰੈਵਨਿਊ ਮਾਰਜਨਲ ਰੈਵਨਿਊ ਐਵਰੇਜ ਰੈਵਨਿਊ ਦਾ ਕੀ ਰਿਲੇਸ਼ਨਸ਼ਿਪ ਆ। ਇੱਕ ਪੁਆਇੰਟ ਜਿਹੜਾ ਅਸੀਂ ਪੜ੍ਹਿਆ ਜਿਹਦਾ ਇੱਥੇ ਮੈਂ ਤੁਹਾਨੂੰ ਸਰਕਲ ਕਰਕੇ ਦਿਖਾਇਆ ਸੀ ਵੀ MR ਇਜ਼ ਇਕੁਅਲ ਟੂ AR। ਇਹ ਸਿਚੁਏਸ਼ਨ ਆ ਵੀ ਜਿੱਥੇ ਸਾਡੀ ਐਵਰੇਜ ਰੈਵਨਿਊ ਮਾਰਜਨਲ ਰੈਵਨਿਊ ਦੇ ਬਰਾਬਰ ਆ। ਆਈ ਹੋਪ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇਗਾ ਅਤੇ ਤੁਹਾਨੂੰ ਇਹਦੇ ਵਿੱਚ ਨੌਲੇਜ ਵੀ ਮਿਲੀ ਹੋਵੇਗੀ ਰੈਵਨਿਊ ਦੇ ਬਾਰੇ। ਇਹ ਕਨਸੈਪਟ ਬਹੁਤ ਜ਼ਿਆਦਾ ਈਜ਼ੀ ਨੇ ਜੇਕਰ ਤੁਸੀਂ ਇਹਨਾਂ ਨੂੰ ਪ੍ਰੋਪਰ ਦੇਖੋ। ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਅਰਾਈਜ਼ ਹੁੰਦੀ ਹੈ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤਾਂ ਜੋ ਮੈਂ ਇਸ ਵੀਡੀਓ ਨੂੰ ਹੋਰ ਵੀ ਵਧੀਆ ਢੰਗ ਦੇ ਨਾਲ ਤੁਹਾਨੂੰ ਐਲੈਬੋਰੇਟ ਕਰਕੇ ਸਮਝਾ ਸਕਾਂ। Thanks a lot watching for my session and which students has been come to their first time on my YouTube channel. So subscribe my channels, just do it for bright future and press bell icon for more updation. Thanks a lot watching for my session.